ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਕੰਚਨ, ਤੁਸੀਂ ਦੇਖ ਰਹੇ ਹੋ ਇੰਡੋਜ਼ੀ ਟੀਵੀ। ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸਿਡਨੀ 'ਚ ਬੁਰੀ ਤਰ੍ਹਾਂ ਝੁਲਸੇ ਸਕੂਲ ਬੱਸ। ਬਲਦੀ ਬੱਸ ਵਿੱਚੋਂ 40 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ। ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਜੈ ਦੁਰਗਾ ਕਲਚਰ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮਾਤਾ ਰਾਣੀ ਜੀ ਦੀ ਚੌਂਕੀ। ਮੈਲਬੌਰਨ ਦੀਆਂ ਗਲੀਆਂ ਵਿੱਚ ਫਾਇਰਿੰਗ, 2 ਦੀ ਮੌਤ, 1 ਦੀ ਮੌਤ ਤੇ ਹੀ ਮੌਤ ਅਤੇ ਦੂਸਰੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ 'ਚ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਉਮੀਦ। ਇੰਡੋਨੇਸ਼ੀਆ ਅਤੇ ਆਸਟ੍ਰੇਲੀਆ AU ਕੇ US ਤਣਾਅ ਦੇ ਬਾਵਜੂਦ ਨਵੇਂ ਰੱਖਿਆ ਸਹਿਯੋਗ ਸਮਝੌਤੇ ਦਾ ਵਾਅਦਾ। ਨਿਊਜ਼ੀਲੈਂਡ 'ਚ 1 ਅਪ੍ਰੈਲ ਤੋਂ ਮਿਹਨਤਾਨਾ ਦਰ ਹੋਵੇਗੀ $22.70 ਪ੍ਰਤੀ ਘੰਟਾ। ਪਰਥ ਮਿਸ਼ੇਲ ਫ੍ਰੀਵੇ ਤੇ ਇੱਕ ਕਾਰ ਨੂੰ ਲੱਗੀ ਅੱਗ ਲੱਗਣ ਕਾਰਨ ਆਵਾਜਾਈ ਹੋਈ ਬੰਦ। ਆਕਲੈਂਡ ਪੁਲਿਸ ਵੈਨ 'ਚੋਂ ਫਿਲਮੀ ਅੰਦਾਜ਼ 'ਚ 3 ਕੈਦੀ ਫਰਾਰ। ਕੈਦੀਆਂ ਨੂੰ ਮਾਊਂਟ ਈਡਨ ਜੇਲ੍ਹ ਲੈ ਜਾਇਆ ਜਾ ਰਿਹਾ ਸੀ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਬਿਹਤਰ ਆਧੁਨਿਕ ਗੁਲਾਮੀ ਐਕਟ ਦੀ ਲੋੜ। ਹੁਣ ਖਬਰਾਂ ਵਿਸਥਾਰ। ਸਿਡਨੀ ਦੇ ਦੱਖਣ ਪੱਛਮ ਵਿੱਚ ਸ਼ੁੱਕਰਵਾਰ ਨੂੰ ਇੱਕ ਤੈਰਾਕੀ ਕਾਰਨੀਵਲ ਦੇ ਰਸਤੇ ਵਿੱਚ ਅੱਗ ਲੱਗ ਗਈ, ਜਿਸ ਵਿੱਚ ਬਲਦੀ ਹੋਈ ਬੱਸ ਵਿੱਚੋਂ ਲਗਭਗ 40 ਸਕੂਲੀ ਬੱਚਿਆਂ ਨੂੰ ਬਚਾਇਆ ਗਿਆ। ਫਾਇਰ ਐਂਡ ਰੈਸਕਿਊ NSW ਨੂੰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਠੀਕ ਪਹਿਲਾਂ ਬੁਲਾਇਆ ਗਿਆ ਸੀ ਤਾਂ ਜੋ ਵੈਸਟਰਨ ਸਟਰੀਟ ਰੇਵਸ B ਤੇ ਬੱਸ ਤੋਂ ਆ ਰਹੀਆਂ ਉੱਚੀਆਂ ਅੱਗਾਂ ਨੂੰ ਬੁਝਾਇਆ ਜਾ ਸਕੇ। ਖੁਸ਼ਕਿਸਮਤੀ ਨਾਲ ਸਾਰੇ ਬੱਚੇ, 2 ਅਧਿਆਪਕ ਅਤੇ ਉਹਨਾਂ ਦਾ ਡਰਾਈਵਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। NSW ਐਂਬੂਲੈਂਸ ਪੈਰਾਮੈਡਿਕਸ ਦੁਆਰਾ ਘਟਨਾ ਸਥਾਨ ਤੇ ਕਈ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਗਿਆ ਸੀ, ਪਰ ਕਿਸੇ ਨੂੰ ਵੀ ਹਸਪਤਾਲ ਨਹੀਂ ਲੈ ਜਾਇਆ ਗਿਆ। ਅੱਗ ਨੇ ਬੱਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਜੈ ਦੁਰਗਾ ਕਲਚਰਲ ਐਸੋਸੀਏਸ਼ਨ ਵੱਲੋਂ ਮਾਤਾ ਰਾਣੀ ਜੀ ਦੀ ਇੱਕ ਚੌਂਕੀ ਕਰਵਾਈ ਗਈ, ਜਿਸ ਵਿੱਚ ਪਰਥ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕਮੇਟੀ ਦੇ ਪ੍ਰੈਜ਼ੀਡੈਂਟ ਰਜਨੀਸ਼ ਸੂਦ, ਵਾਈਸ ਪ੍ਰੈਜ਼ੀਡੈਂਟ ਬੱਬੂ ਜੀ, ਬਲਬੀਰ ਬਾਜਪਾ ਨੇ ਸ਼ਿਰਕਤ ਕੀਤੀ। ਰਾਜ ਸਾਗਰ ਨੇ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਸਾਰੇ ਭਗਤਾਂ ਨੂੰ ਮਾਤਾ ਰਾਣੀ ਦੇ ਚਰਨਾਂ ਨਾਲ ਜੋੜਿਆ। ਪਰੀ ਜੀ ਅਤੇ ਸੰਗੀਤਾ ਜੀ ਦਾ ਮੁੱਖ ਤੌਰ ਤੇ ਮਾਤਾ ਜੀ ਦੀ ਚੌਂਕੀ ਕਰਨ ਅਤੇ ਭੇਟਾਂ ਗਾਉਣ ਲਈ ਧੰਨਵਾਦ ਕੀਤਾ ਗਿਆ। ਦੀਪਕ ਜੀ ਦੁਆਰਾ ਸਾਰਾ ਇੰਤਜ਼ਾਮ ਕੀਤਾ ਗਿਆ। ਸਾਰਿਆਂ ਦੇ ਸਹਿਯੋਗ ਨਾਲ ਇਹ ਮਾਤਾ ਰਾਣੀ ਜੀ ਦੀ ਚੌਂਕੀ ਦਾ ਸਮਾਰੋਹ ਸੰਪੂਰਨ ਹੋ ਪਾਇਆ। ਰਾਕੇਸ਼ ਜੀ, ਬੱਬੂ ਜੀ ਅਤੇ ਬਿਬਰਾ ਜੀ, ਦੇਵ ਰਸਤੋਗੀ ਜੀ, ਕਾਕੂ ਜੀ, ਬਾਜਵਾ ਜੀ ਦਾ ਵੀ ਬਹੁਤ ਸਹਿਯੋਗ ਰਿਹਾ। ਲੇਡੀਜ਼ ਦਾ ਅਤੇ ਕੀਰਤਨ ਮੰਡਲੀ ਦਾ ਵੀ ਮੁੱਖ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਡੋਜ਼ੀ ਟੀਵੀ ਦੇ ਚੇਅਰਮੈਨ ਸ਼ੰਮੀ ਕੁਮਾਰ ਜੀ ਵੱਲੋਂ ਵੀ ਪਹੁੰਚ ਕੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਲਿਆ ਗਿਆ। जय अम्बे गौरी मैया, जय श्यामा गौरी मैया, जय आनंद करनी मैया, जय मंगल करनी मैया, जय पावन करनी। ਪੱਛਮੀ ਮੈਲਬੌਰਨ ਦੇ ਵਿੰਡੈਮ ਵੇਲ ਖੇਤਰ ਦੀ ਕਾਰਮਿਸ਼ੇਲ ਡਰਾਈਵ ਵਿਖੇ ਤੜਕੇ ਸਵੇਰੇ 3 ਵਜੇ ਦੇ ਕਰੀਬ ਹੋ ਰਹੀ ਗੋਲੀਬਾਰੀ ਦੀ ਖਬਰ ਜਦੋਂ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੂੰ ਮਿਲੀ ਤਾਂ ਉਹ ਘਟਨਾ ਸਥਲ ਵੱਲ ਨੂੰ ਰਵਾਨਾ ਹੋ ਗਏ। ਮੌਕੇ ਵਾਰਦਾਤ ਉੱਪਰ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਪਏ ਸਨ। ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਪੁਲਿਸ ਦੇ ਦੱਸਣ ਮੁਤਾਬਕ ਉਪਰੋਕਤ ਘਟਨਾ ਸਥਲ ਉੱਪਰ ਦੋਹੇ ਵਿਅਕਤੀ ਜੋ ਕਿ ਆਪਸ ਵਿੱਚ ਜਾਣੂ ਵੀ ਸਨ, ਆਪਸ ਵਿੱਚ ਹੀ ਝਗੜ ਪਏ ਅਤੇ ਇੱਕ ਦੂਸਰੇ ਉੱਪਰ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ 3 ਵਾਹਨਾਂ ਦੇ ਇਸਤੇਮਾਲ ਦੀਆਂ ਰਿਪੋਰਟਾਂ ਹਨ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੁਲਿਸ ਨੇ ਲੋਕਾਂ ਕੋਲ ਅਪੀਲ ਵੀ ਕੀਤੀ ਹੈ ਕਿ ਜੇਕਰ ਉਸ ਸਮੇਂ ਇੱਥੋਂ ਕੋਈ ਗੁਜ਼ਰ ਰਿਹਾ ਸੀ ਜਾਂ ਇਸ ਵਾਰਦਾਤ ਦਾ ਕੋਈ ਚਸ਼ਮਦੀਦ ਹੈ
ਤਾਂ ਕਿਰਪਾ ਕਰਕੇ ਪੁਲਿਸ ਨੂੰ ਇਸ ਘਟਨਾ ਦਾ ਵੇਰਵਾ ਦੇਵੇ ਤਾਂ ਜੋ ਪੁਲਿਸ ਮਾਮਲੇ ਦੀ ਸਹੀ ਜਾਂਚ ਪੜਤਾਲ ਕਰ ਸਕੇ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਲਗਾਤਾਰ 9 ਵਾਅਦੇ ਨੂੰ ਲਾਗੂ ਕਰਨ ਤੋਂ ਬਾਅਦ ਉੱਚ ਮਹਿੰਗਾਈ ਨੂੰ ਰੋਕਣ ਲਈ ਹੋਰ ਦਰ ਵਧਣ ਦੀ ਉਮੀਦ ਕੀਤੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਮਹਿੰਗਾਈ ਨੂੰ ਇੱਕ ਤਰਜੀਹ ਵਜੋਂ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। RBI ਨੇ ਇਸ ਹਫ਼ਤੇ ਲਗਾਤਾਰ 9ਵੀਂ ਵਾਰ ਦੇਸ਼ ਦੀ ਨਕਦ ਦਰ ਨੂੰ 25 ਆਧਾਰ ਅੰਕਾਂ ਦੇ ਵਾਧੇ ਦੇ ਨਾਲ 3.35% ਤੱਕ ਵਧਾ ਦਿੱਤਾ ਹੈ। ਇੱਕ ਬਿਆਨ ਵਿੱਚ RBI ਨੇ ਕਿਹਾ ਹੈ ਕਿ ਉਹ ਮਹਿੰਗਾਈ ਨੂੰ 2 ਤੋਂ 3% ਦੇ ਆਪਣੇ ਟੀਚੇ ਤੇ ਵਾਪਸ ਕਰਨ ਲਈ ਜ਼ਰੂਰੀ ਕੰਮ ਕਰਨਾ ਜਾਰੀ ਰੱਖੇਗਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਤੋਂ 12 ਮਹੀਨਿਆਂ ਦੌਰਾਨ ਮਹਿੰਗਾਈ ਦਰ 7.8% ਰਹੀ, ਜੋ 1990 ਤੋਂ ਬਾਅਦ ਇਸ ਦਾ ਸਭ ਤੋਂ ਉੱਚਾ ਪੱਧਰ ਹੈ। RBI ਨੇ ਬਿਆਨ ਵਿੱਚ ਕਿਹਾ ਹੈ ਕਿ ਉੱਚੀ ਮਹਿੰਗਾਈ ਲੋਕਾਂ ਲਈ ਜੀਵਨ ਮੁਸ਼ਕਲ ਬਣਾਉਂਦੀ ਹੈ ਅਤੇ ਆਰਥਿਕਤਾ ਦੇ ਕੰਮਕਾਜ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਜੇਕਰ ਉੱਚ ਮਹਿੰਗਾਈ ਲੋਕਾਂ ਦੀਆਂ ਉਮੀਦਾਂ ਵਿੱਚ ਫਸ ਜਾਂਦੀ ਹੈ ਤਾਂ ਬਾਅਦ ਵਿੱਚ ਇਸ ਨੂੰ ਘਟਾਉਣਾ ਬਹੁਤ ਮਹਿੰਗਾ ਹੋਵੇਗਾ। ਪੈਨੀ ਵੋਂਗ ਨੇ ਕਿਹਾ ਹੈ ਕਿ ਆਸਟ੍ਰੇਲੀਆ ਖੇਤਰ ਦੇ ਨਾਲ AUKUS ਬਾਰੇ ਬਹੁਤ ਪਾਰਦਰਸ਼ੀ ਹੋਵੇਗਾ। ਸਮਝੌਤਾ ਇਹ ਦਰਸਾਉਂਦਾ ਹੈ ਕਿ ਇੰਡੋਨੇਸ਼ੀਆਈ ਅਤੇ ਆਸਟ੍ਰੇਲੀਆਈ ਹਥਿਆਰਬੰਦ ਬਲਾਂ ਨੂੰ ਸਿਖਲਾਈ ਰੇਂਜਾਂ ਤੱਕ ਪਰਸਪਰ ਪਹੁੰਚ ਦਿੱਤੀ ਜਾ ਸਕਦੀ ਹੈ। ਆਸਟ੍ਰੇਲੀਆ ਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਮੌਜੂਦਾ ਰੱਖਿਆ ਸਹਿਯੋਗ ਸਮਝੌਤੇ ਨੂੰ ਉੱਚਾ ਚੁੱਕਣ ਤੇ ਵਿਚਾਰ ਕਰਨ ਲਈ ਸਹਿਮਤ ਹੋਏ। ਇੱਕ ਸੰਯੁਕਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਅਜਿਹਾ ਸਮਝੌਤਾ ਬਣਾਉਣਾ ਚਾਹੁੰਦੇ ਹਨ ਜੋ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਪਾਬੰਦ ਹੋਵੇ। ਇੰਡੋਨੇਸ਼ੀਆ ਨੇ ਗੁੱਸੇ ਨਾਲ ਜਵਾਬ ਦਿੱਤਾ ਜਦੋਂ ਇਸ ਨੂੰ 2021 ਵਿੱਚ AUKUS ਘੋਸ਼ਣਾ ਦੁਆਰਾ ਅੰਨਾ ਕਰ ਦਿੱਤਾ ਗਿਆ ਸੀ। ਪਰਮਾਣੂ ਸੰਚਾਲਿਤ ਪਣਡੁੱਬੀਆਂ ਨੂੰ ਹਾਸਲ ਕਰਨ ਲਈ ਸੰਘੀ ਸਰਕਾਰ ਦੇ ਦਬਾਅ ਤੇ ਲੰਬੇ ਤਣਾਅ ਦੇ ਬਾਵਜੂਦ ਇੰਡੋਨੇਸ਼ੀਆ ਤੇ ਆਸਟ੍ਰੇਲੀਆ ਨੇ ਇੱਕ ਨਵਾਂ ਰੱਖਿਆ ਸਹਿਯੋਗ ਸਮਝੌਤਾ ਕਰਨ ਦਾ ਵਾਅਦਾ ਕੀਤਾ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਅਤੇ ਉਹਨਾਂ ਦੇ ਇੰਡੋਨੇਸ਼ੀਆਈ ਹਮਰੁਤਬਾ ਪ੍ਰਬੋਵੋ ਸੁਬਿਓਨੋ ਨੇ ਕੈਨਬਰਾ ਵਿੱਚ ਗੱਲਬਾਤ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਇੱਕ ਸੰਯੁਕਤ ਬਿਆਨ ਵਿੱਚ ਦੋਵਾਂ ਮੰਤਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਅਧਿਕਾਰੀਆਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਮੌਜੂਦਾ ਰੱਖਿਆ ਸਹਿਯੋਗ ਸਮਝੌਤੇ ਨੂੰ ਇੱਕ ਸਮਝੌਤਾ ਜੋ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਪਾਬੰਦ ਹੈ ਤੱਕ ਉੱਚ ਕਰਨ ਲਈ ਗੱਲਬਾਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਨਵਾਂ ਸਮਝੌਤਾ ਵਧੇ ਹੋਏ ਵਾਰਤਾਲਾਪ ਦਾ ਸਮਰਥਨ ਕਰਕੇ ਅੰਤਰ ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨ ਅਤੇ ਵਿਹਾਰਕ ਪ੍ਰਬੰਧਾਂ ਨੂੰ ਵਧਾ ਕੇ ਸਾਡੇ ਮਜ਼ਬੂਤ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰੇਗਾ। ਹੁਣ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬਨੇ ਰਹੋ ਇੰਡੋਜ਼ੀ ਟੀਵੀ ਨਾਲ। ਹੁਣ ਤੁਸੀਂ ਇੰਡੋਜ਼ੀ ਨੂੰ ਦੇਖ ਸਕਦੇ ਹੋ ਵਰਲਡ ਵਾਈਡ ਆਪਣੇ ਹੀ ਫੋਨ ਅਤੇ ਐਂਡਰੋਇਡ ਟੀਵੀ ਤੇ ਅਤੇ ਇਸ ਨੂੰ ਦੇਖਣ ਲਈ ਹੁਣੇ ਡਾਊਨਲੋਡ ਕਰੋ ਇੰਡੋਜ਼ੀ ਐਪ ਪਲੇ ਸਟੋਰ ਤੋਂ, ਜਿੱਥੇ ਤੁਸੀਂ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਲਾਈਵ ਟੀਵੀ ਐਂਡ ਵੀਪੋ ਟੀਵੀ ਅਤੇ ਇੰਡੋਜ਼ੀ ਦਾ ਸਿੱਧਾ ਪ੍ਰਸਾਰਣ ਜਾਦੂ ਟੀਵੀ ਤੇ ਚੈਨਲ ਨੰਬਰ 402 ਅਤੇ ਰੀਅਲ ਟੀਵੀ ਚੈਨਲ ਨੰਬਰ 767 ਤੇ ਦੇਖੋ। अगर तुसी तजर्बेकार अकाउंटेंट ਦੀ ਭਾਲ 'ਚ ਹੋ, ਤੁਸੀਂ ਆਪਣੀ ਆਮਦਨ ਦੀ ਇਨਕਮ ਟੈਕਸ ਰਿਟਰਨ ਭਰਵਾਉਣਾ ਚਾਹੁੰਦੇ ਹੋ ਜਾਂ ਆਪਣੇ ਕਾਰੋਬਾਰ ਸੰਬੰਧੀ ਹੋਰ ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ F360 ਟੈਕਸੇਸ਼ਨ ਅਕਾਊਂਟਿੰਗ ਐਡਵਾਈਸ, ਜੋ ਕਈ ਸਾਲਾਂ ਤੋਂ ਤਜਰਬੇਕਾਰ ਵਧੀਆ ਤੇ ਟਾਈਮ ਸਿਰ ਸਰਵਿਸ ਦਿੰਦੇ ਹਨ। F360 Taxation Accounting Advice. Tax time is here. Contact Karambir and Japji at F360 Victoria Park today. 0894727404. Team Rashdi Agency, number 1 real estate agency in Perth. जी हाँ, ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਘਰ ਦੀ ਮਾਰਕੀਟ ਅਪਰੇਜ਼ਲ ਲੈਣਾ ਚਾਹੁੰਦੇ ਹੋ ਤੇ ਪਿਕ ਕਰੋ ਆਪਣਾ ਫੋਨ ਅਤੇ ਡਾਇਲ ਕਰੋ 0410564761। ਰੈਸ਼ ਤੰਜਲ, ਜੋ ਤੁਹਾਡੇ ਆਪਣੇ ਸਥਾਨੀय ਲੋਕਲ ਰੀਅਲ ਏਸਟੇਟ ਏਜੰਟ ਨੇ ਤੇ ਸਪੈਸ਼ਲਾਈਜ਼ਡ ਨੇ ਆਪਣੇ ਪਰਥ ਦੇ ਵਿੱਚ। Simran Air Travels. All airline tickets are available. सस्ती
BYY टिकटों के लिए संपर्क करें टू श्रीव रोड CNR Wharton Road, Canning Way, WA 6155. Cheapest air tickets granted 0894552441. ਆਸਟ੍ਰੇਲੀਆ ਦੇ ਨੰਬਰ 1 ਐਜੂਕੇਸ਼ਨ ਐਂਡ ਵੀਜ਼ਾ ਕੰਸਲਟੈਂਟਸ ਕਨੈਕਟ ਮਾਈਗ੍ਰੇਸ਼ਨ ਸੋਲਿਊਸ਼ਨਸ ਪਰਥਸ ਮੋਸਟ ਟਰਸਟਿਡ ਮਾਈਗ੍ਰੇਸ਼ਨ ਏਜੰਟਸ। ਜੇਕਰ ਤੁਸੀਂ ਮਾਈਗ੍ਰੇਸ਼ਨ ਸੇਵਾਵਾਂ ਦੀ ਭਾਲ ਚੋਂ EMPLOYER ਸਪਾਂਸਰਡ ਵੀਜ਼ਾਸ TSS ENS business visas, student visas, enrollments, partner visas, parent visas, AAT appeals, reviews, skilled migration visas, citizenship applications ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਹਾਡੇ ਵਿਸ਼ਵਾਸ ਦਾ ਇੱਕੋ ਨਾਂ ਹੈ ਕਨੈਕਟ ਮਾਈਗ੍ਰੇਸ਼ਨ ਸੋਲਿਊਸ਼ਨਸ, ਜੋ ਤੁਹਾਨੂੰ ਸਭ ਤੋਂ ਪਹਿਲਾਂ ਰੀਜ਼ਨੇਬਲ ਚਾਰजेस 'ਚ ਤੇ ਵਧੀਆ ਸੇਵਾਵਾਂ ਪ੍ਰਦਾਨ ਕਰਦਾ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਨੈਕਟ ਮਾਈਗ੍ਰੇਸ਼ਨ ਸੋਲਿਊਸ਼ਨਸ ਨਾਲ, Suite 47 328 Albany Highway, Victoria Park, WA 6100, 0861615661, 0433266480। ਕੀ ਤੁਸੀਂ ਵੀ ਆਪਣੇ ਸੁਪਨਿਆਂ ਦੇ ਘਰ ਲਈ ਲੋਨ ਦੀ ਭਾਲ ਵਿੱਚ ਹੋ ਤਾਂ ਅੱਜ ਹੀ ਸੰਪਰਕ ਕਰੋ ਲੋਨ ਮਾਰਕੀਟ ਦੇ ਐਕਸਪਰਟ ਇੰਦਰਪ੍ਰੀਤ ਸਿੰਘ ਨਾਲ, ਜੋ ਹਰ ਪ੍ਰਕਾਰ ਦੇ ਹੋਮ ਲੋਨ, ਕਾਰ ਲੋਨ, ਇਕੁਇਪਮੈਂਟ ਹਾਇਰ ਲੋਨ ਤੇ ਰੀਫਾਈਨੈਂਸ ਕਰਾਉਂਦੇ ਹਨ ਤੇ ਪਰਥ ਵਿੱਚ ਬੈਸਟ ਸਰਵਿਸ ਲਈ ਜਾਣੇ ਜਾਂਦੇ ਹਨ। ਸੋ ਅੱਜ ਹੀ ਸੰਪਰਕ ਕਰੋ ਇੰਦਰਪ੍ਰੀਤ ਸਿੰਘ ਨਾਲ। ਸੰਪਰਕ ਕਰੋ 4256322097। ਆਸਟ੍ਰੇਲੀਆ 'ਚ ਪੜ੍ਹਾਈ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ ਲੈ ਕੇ ਆਇਆ ਹੈ ਇੰਟਰਨੈਸ਼ਨਲ ਕੀਸਟੋਨ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ। ਜੀ ਹਾਂ, ਪਰਥ ਤੇ ਐਡੀਲੇਡ ਦਾ ਸਭ ਤੋਂ ਵਧੀਆ ਤੇ ਫੇਮਸ ਕਾਲਜ, ਜੋ ਵਿਦਿਆਰਥੀਆਂ ਲਈ ਲੈ ਕੇ ਆਇਆ ਹੈ ਵਧੀਆ ਕੋਰਸ ਸਿਵਲ ਕੰਸਟਰਕਸ਼ਨਸ, ਡਿਜ਼ਾਈਨ, ਕਮਰਸ਼ੀਅਲ ਕੁਕਰੀ, पोस्ट ग्रेजुएट बिजनेस, सोशल मीडिया मार्केट, प्रोजेक्ट मैनेजमेंट, रिकॉग्निशन ऑफ प्रायर लर्निंग, जिथे विद्यार्थियों ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਤੇ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅੱਜ ਹੀ ਸੰਪਰਕ ਕਰੋ +610892211261। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਇੰਡੋਜ਼ੀ ਟੀਵੀ ਤੇ। ਹੁਣ ਨਜ਼ਰ ਮਾਰਦੇ ਹਾਂ ਅਗਲੀਆਂ ਖਬਰਾਂ ਤੇ। ਨਿਊਜ਼ੀਲੈਂਡ ਦੇ ਵਿੱਚ ਘੱਟੋ ਘੱਟ ਮਿਹਨਤਾਨਾ ਦਰ ਇਸ ਵੇਲੇ 100 ਸਾਲ ਤੋਂ ਉੱਪਰ ਵਾਲਿਆਂ ਲਈ $21.20 ਪ੍ਰਤੀ ਘੰਟਾ ਚੱਲ ਰਹੀ ਹੈ। ਸਰਕਾਰ ਵੱਧਦੀ ਮਹਿੰਗਾਈ ਦੀ ਚਾਲ ਦੇ ਮੱਦੇਨਜ਼ਰ ਇਸ ਮਿਹਨਤਾਨੇ ਦੇ ਵਿੱਚ ਪ੍ਰਤੀ ਸਾਲ ਵਾਧਾ ਕਰਦੀ ਰਹਿੰਦੀ ਹੈ। ਹੁਣ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਸ਼੍ਰੀ ਹਿਪਕਿੰਸ ਨੇ ਆਪਣੇ ਪਹਿਲੇ PM ਵਾਅਦੇ ਮੁਤਾਬਕ ਇੱਥੇ ਘੱਟੋ ਘੱਟ ਮਿਹਨਤਾਨੇ ਦੇ ਵਿੱਚ ਪ੍ਰਤੀ ਘੰਟਾ $1.50 ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ 1 ਅਪ੍ਰੈਲ 2023 ਤੋਂ ਲਾਗੂ ਹੋ ਜਾਵੇਗਾ। ਸਿਖਲਾਈ ਦੌਰਾਨ ਅਤੇ ਕੰਮ ਸ਼ੁਰੂ ਕਰਨ ਵਾਲਿਆਂ ਦੇ ਲਈ ਮਿਹਨਤਾਨਾ ਦਰ $22.70 ਦਾ 80% ਮਿਹਨਤਾਨਾ ਦਰ ਲਾਗੂ ਰਹੇਗਾ। 16 ਤੋਂ ਘੱਟ ਉਮਰ ਵਾਲਿਆਂ ਲਈ ਕੋਈ ਘੱਟੋ ਘੱਟ ਮਿਹਨਤਾਨਾ ਤਾਂ ਮੁਕਰਰ ਨਹੀਂ ਹੁੰਦਾ, ਪਰ ਬਾਕੀ ਕਾਮਿਆਂ ਵਾਲੇ ਸਾਰੇ ਨਿਯਮ ਰੋਜ਼ਗਾਰਦਾਤਾ ਨੂੰ ਲਾਗੂ ਕਰਨੇ ਪੈਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਮਜ਼ਦੂਰੀ ਦਰ ਵਧਾਉਣ ਨਾਲ ਛੋਟੇ ਕਾਰੋਬਾਰੀਆਂ ਉੱਤੇ ਇਸਦਾ ਅਸਰ ਪਵੇਗਾ, ਪਰ ਮਹਿੰਗਾਈ ਦੀ ਦਰ ਵਧਣ ਦੇ ਕਾਰਨ ਉਹ ਲੋਕਾਂ ਨੂੰ ਰਾਹਤ ਵੀ ਪਹੁੰਚਾਉਣਾ ਚਾਹੁੰਦੇ ਹਨ। ਕੋਸਟ ਆਫ ਲਿਵਿੰਗ ਜੀਵਨ ਨਿਰਵਾਹ ਲਾਗਤ ਵਧਣ ਕਾਰਨ ਲੋਕਾਂ ਨੂੰ ਆਮਦਨ ਪੱਖੋਂ ਪਿੱਛੇ ਨਹੀਂ ਰੱਖਿਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਪਿਛਲੇ ਵਾਅਦੇ ਵੇਖੇ ਜਾਣ ਤਾਂ ਲੋਕਾਂ ਦੀਆਂ ਨੌਕਰੀਆਂ ਨਹੀਂ ਗਈਆਂ, ਜਿਸ ਦਾ ਡਰ ਬਣਿਆ ਰਹਿੰਦਾ ਹੈ। ਨਾਰੋਜ਼ ਬ੍ਰਿਜ ਦੇ ਬਿਲਕੁਲ ਉੱਤਰ ਵਿੱਚ ਮਿਸ਼ੇਲ ਫ੍ਰੀਵੇ ਤੇ ਇੱਕ ਕਾਰ ਅੱਗ ਦੀ ਲਪੇਟ ਵਿੱਚ ਆ ਗਈ। ਡਰਾਈਵਰ ਖੁਸ਼ਕਿਸਮਤ ਬਚ ਗਿਆ। Hyundai i40 ਸ਼ੁੱਕਰਵਾਰ ਨੂੰ ਦੁਪਹਿਰ ਤੋਂ ਬਾਅਦ ਹੀ ਐਮਰਜੈਂਸੀ ਲੇਨ ਵਿੱਚ ਆ ਗਈ। ਕਾਰ ਦੇ ਬੋਨਟ ਤੋਂ ਹਨੇਰਾ ਧੂਆਂ ਅਤੇ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਦੋਂ ਕਿ ਕਾਰ ਦੇ ਸਵਾਰ ਭੱਜਣ ਵਿੱਚ ਕਾਮਯਾਬ ਹੋ ਗਏ। i40 ਜਲਦੀ ਹੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਦੋਵੇਂ ਦਿਸ਼ਾਵਾਂ ਵਿੱਚ ਆਵਾਜਾਈ ਠੱਪ ਹੋ ਗਈ ਕਿਉਂਕਿ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ। ਅੱਗ ਬੁਝਾਉਣ ਵਾਲੇ ਕਰਮਚਾਰੀ ਅੱਗ ਨੂੰ ਮਿੰਟਾਂ ਵਿੱਚ ਬੁਝਾਉਣ ਦੇ ਯੋਗ ਹੋ ਗਏ, ਜਿਸ ਨਾਲ ਧੂਏ ਵਾਲੇ ਇੰਜਣ ਦੀ ਖਾੜੀ ਨੂੰ ਬੁਝਾਉਣ ਲਈ ਕਾਰ ਨੂੰ ਖੋਲ੍ਹਿਆ ਗਿਆ। ਮੇਨ ਰੋਡਸ WA ਦੁਆਰਾ ਪਹਿਲਾਂ ਨੈਰੋਜ਼ ਬ੍ਰਿਜ ਤੱਕ ਭਾਰੀ ਟ੍ਰੈਫਿਕ ਵਾਪਸ ਆਉਣ ਦੀ ਚੇਤਾਵਨੀ ਦੇਣ ਤੋਂ ਬਾਅਦ ਟ੍ਰੈਫਿਕ ਆਮ ਵਹਾਅ ਤੇ ਵਾਪਸ ਆ ਗਿਆ, ਜਦੋਂ ਕਿ ਐਮਰਜੈਂਸੀ ਸੇਵਾਵਾਂ ਅਤੇ ਟੋ ਟਰੱਕਾਂ ਨੇ ਸੀਨ ਨੂੰ ਸਾਫ਼ ਕਰ ਦਿੱਤਾ ਸੀ। ਫਾਇਰ ਫਾਈਟਰਸ ਮਿਸ਼ੇਲ ਡ੍ਰੀਵੇ ਦੇ ਪਾਸੇ ਸੜੀ ਹੋਈ ਕਾਰ ਨੂੰ ਬੁਝਾ ਰਹੇ ਹਨ।
ਮੇਨ ਰੋਡਸ WA ਦੁਆਰਾ ਪਹਿਲਾਂ ਨੈਰੋਜ਼ ਬ੍ਰਿਜ ਤੱਕ ਭਾਰੀ ਟ੍ਰੈਫਿਕ ਵਾਪਸ ਆਉਣ ਦੀ ਚੇਤਾਵਨੀ ਦੇਣ ਤੋਂ ਬਾਅਦ ਟ੍ਰੈਫਿਕ ਆਮ ਵਹਾਅ ਤੇ ਵਾਪਸ ਆ ਗਿਆ ਹੈ, ਜਦੋਂ ਕਿ ਐਮਰਜੈਂਸੀ ਸੇਵਾਵਾਂ ਤੇ ਟੋ ਟਰੱਕਾਂ ਨੇ ਸੀਨ ਨੂੰ ਸਾਫ਼ ਕਰ ਦਿੱਤਾ ਸੀ। ਐਲਰਸਲੀ ਪੈਨਮੋਰ ਹਾਈਵੇ ਦੇ ਆਫ ਰੈਂਪ ਤੇ 3 ਕੈਦੀਆਂ ਦੇ ਭਗੌੜੇ ਹੋਣ ਦੀ ਖਬਰ ਹੈ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਇਹਨਾਂ ਕੈਦੀਆਂ ਨੂੰ ਮਾਊਂਟ ਈਡਲ ਜੇਲ੍ਹ ਲੈ ਜਾਇਆ ਜਾ ਰਿਹਾ ਸੀ। ਪਹਿਲਾਂ ਤਾਂ ਇਹ ਕੈਦੀ ਦੱਖਣੀ ਪੂਰਬੀ ਹਾਈਵੇ ਤੇ ਪੈਦਲ ਹੀ ਗਏ ਤੇ ਬਾਅਦ ਵਿੱਚ ਇਹਨਾਂ ਦੇ ਰਸਤੇ ਵਿੱਚ ਇੱਕ ਰਾਹਗੀਰ ਦੀ ਕਾਰ ਰੋਕ ਕੇ ਕਾਰ ਨੂੰ ਖੋਲਿਆ, ਜਿਸ ਤੋਂ ਬਾਅਦ ਇਹ ਤਿੰਨੋਂ ਕਾਰ ਤੇ ਹੀ ਭਗੌੜੇ ਹੋ ਗਏ। ਅੱਜ ਤੱਕ ਇਹਨਾਂ ਤਿੰਨਾਂ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੈਦੀਆਂ ਦੀ ਭਾਲ ਲਈ ਈਗਲ ਹੈਲੀਕਾਪਟਰ ਦੀ ਵਰਤੋਂ ਵੀ ਲਈ ਜਾ ਰਹੀ ਹੈ। ਚੀਫ ਕਸਟੋਡੀਅਲ ਅਫਸਰ ਨੀਲ ਬਿਲਸ ਨੇ ਦੱਸਿਆ ਹੈ ਕਿ ਇਸ ਸੰਬੰਧੀ ਰਿਵਿਊ ਕੀਤਾ ਜਾਏਗਾ ਕਿ ਕਿਸ ਗਲਤੀ ਕਾਰਨ ਇਹ ਤਿੰਨੋਂ ਭਗੌੜੇ ਹੋਏ ਤੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਹੈ ਕਿ ਭਗੌੜੇ ਹੋਣ ਦੇ ਦੇਸ਼ ਹੇਠ ਕੈਦੀਆਂ ਨੂੰ ਬਾਕੀ ਦੇ ਦੋਸ਼ਾਂ ਤੋਂ ਇਲਾਵਾ ਘੱਟੋ-ਘੱਟ 5 ਸਾਲ ਦੀ ਸਜ਼ਾ ਸੁਣਾਈ ਜਾਵੇਗੀ। ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਬਿਹਤਰ ਆਧੁਨਿਕ ਗੁਲਾਮੀ ਐਕਟ ਦੀ ਲੋੜ ਹੈ ਅਤੇ ਅਜਿਹੇ ਘਿਨੌਣੇ ਅਪਰਾਧਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਦੂਜੇ ਦੇਸ਼ਾਂ ਨੂੰ ਆਪਣੇ ਕਾਨੂੰਨ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸੈਨੇਟਰ ਵੋਂਗ ਨੇ ਸ਼ੁੱਕਰਵਾਰ ਨੂੰ ਐਡੀਲੇਡ ਵਿੱਚ ਬਾਲੀ ਪ੍ਰਕਿਰਿਆ ਦੀ 8ਵੀਂ ਮੰਤਰੀ ਪੱਧਰੀ ਕਾਨਫਰੰਸ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਲੋਕਾਂ ਦੀ ਤਸਕਰੀ, ਮਨੁੱਖੀ ਤਸਕਰੀ, ਗੁਲਾਮੀ ਅਤੇ ਸੰਬੰਧਿਤ ਅਪਰਾਧਾਂ ਨਾਲ ਨਜਿੱਠਣ ਲਈ ਵਪਾਰਕ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਇਕੱਠ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਗਿਆ ਹੈ, ਪਰ ਇਹ ਚਿੰਤਾਜਨਕ ਹੈ ਕਿ 2016 ਦੇ ਮੁਕਾਬਲੇ ਅੱਜ ਜ਼ਿਆਦਾ ਲੋਕ ਗੁਲਾਮੀ ਵਿੱਚ ਰਹਿ ਰਹੇ ਨੇ ਜਾਂ ਕੰਮ ਕਰ ਰਹੇ ਨੇ। ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਯਾਦ ਕਰਨ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਵੀ ਦੇਸ਼ ਇਕੱਲੇ ਇਨ੍ਹਾਂ ਮੁੱਦਿਆਂ ਨਾਲ ਨਜਿੱਠ ਨਹੀਂ ਸਕਦਾ। ਇਹ ਚਰਚਾ ਭਾਈਵਾਲੀ ਬਾਰੇ ਹੈ। ਮੁੱਖ ਚੀਜ਼ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਸਾਡੇ ਘਰੇਲੂ ਕਾਨੂੰਨ ਨੂੰ ਮਜ਼ਬੂਤ ਕਰਨਾ। ਸਾਨੂੰ ਆਸਟ੍ਰੇਲੀਆ ਵਿੱਚ ਸਾਡੇ ਨਾਲੋਂ ਬਿਹਤਰ ਆਧੁਨਿਕ ਗੁਲਾਮੀ ਐਕਟ ਦੀ ਲੋੜ ਹੈ। ਮੈਂ ਦੂਜੇ ਦੇਸ਼ਾਂ ਨੂੰ ਆਪਣੇ ਘਰੇਲੂ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਾਂਗਾ, ਖਾਸ ਤੌਰ ਤੇ ਵਿਕਸਿਤ ਦੇਸ਼ ਜਿੱਥੇ ਤੁਸੀਂ ਵਪਾਰ ਅਤੇ ਖਪਤਕਾਰਾਂ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਇਹ ਯਕੀਨੀ ਬਣਾ ਸਕਦੇ ਹੋ ਕਿ ਅਸੀਂ ਇਸ ਕਿਸਮ ਦੀ ਗਤੀਵਿਧੀ ਲਈ ਨਿਰਾਸ਼ਾ ਪੈਦਾ ਕਰਦੇ ਹਾਂ। ਸੈਨੇਟਰ ਵੋਂਗ ਨੇ ਕਿਹਾ ਕਿ ਜਦੋਂ ਉਸ ਨੂੰ ਪਹਿਲੀ ਵਾਰ ਸਮੱਸਿਆ ਦੀ ਹੱਦ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ ਅਤੇ ਵਿਸ਼ਵਾਸ ਨਹੀਂ ਕੀਤਾ ਕਿ ਜ਼ਿਆਦਾਤਰ ਆਸਟ੍ਰੇਲੀਆਈ ਵੀ ਹੋਣਗੇ। ਹੁਣ ਦਿਓ ਮੈਨੂੰ ਇਜਾਜ਼ਤ, ਅਗਲੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹੀ ਹਾਜ਼ਰ ਹੋਵਾਂਗੀ। ਧੰਨਵਾਦ।